ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਦੇ ਉੱਪਰ। ਤਾਂ ਦੋਸਤੋ, ਅੱਜ ਅਸੀਂ ਕੁਝ ਕੁਐਸਚਨ ਲੈ ਕੇ ਆਏ ਹਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ, ਜਿਨ੍ਹਾਂ ਦੇ ਉੱਪਰ ਓਬਜੈਕਸ਼ਨਸ ਨੇ ਜਿਹੜੇ ਲੱਗ ਸਕਦੇ ਨੇ ਅਤੇ ਉਹਨਾਂ ਦੇ ਰੈਫਰੈਂਸ ਅਸੀਂ ਇੱਥੇ ਨਾਲ ਦੇਵਾਂਗੇ। ਅਤੇ ਇੱਕ ਫਿਜ਼ੀਕਲ ਐਜੂਕੇਸ਼ਨ ਦਾ ਜਿਹੜਾ ਡਾਊਟਫੁਲ ਕੁਐਸਚਨ ਸੀਗਾ ਉਹਦਾ ਵੀ ਆਨਸਰ ਅਸੀਂ ਲਾਸਟ ਦੇ ਵਿੱਚ ਦੇਵਾਂਗੇ। ਤਾਂ ਇੱਕ ਕੁਐਸਚਨ ਦੋਸਤੋ ਸਾਨੂੰ ਆਇਆ ਸੀ ਕਿ ਵਿਚ ਟਾਈਪ ਆਫ ਰੀਇਨਫੋਰਸਮੈਂਟ ਇਜ਼ ਗਿਵਨ ਐਟ ਵੇਰਿੰਗ ਇੰਟਰਵਲਸ ਆਫ ਟਾਈਮ ਔਰ ਆਫਟਰ ਅ ਵੇਰਿੰਗ ਨੰਬਰ ਆਫ ਰਿਸਪੌਂਸਿਸ। ਤਾਂ ਇਹ ਪੁੱਛਿਆ ਗਿਆ ਸੀਗਾ ਕਿ ਬੇਸਿਕਲੀ ਜਿਹੜੀ ਸਾਡੀ ਇੱਕ ਥਿਊਰੀ ਹੈ ਓਪਰੈਂਟ ਕੰਡੀਸ਼ਨਿੰਗ, ਉਹਦੇ ਵਿੱਚੋਂ ਕੁਐਸਚਨ ਪੁੱਛਿਆ ਗਿਆ ਸੀ ਇਹ ਕਿ ਜਦੋਂ ਅਸੀਂ ਕਿਸੇ ਨੂੰ ਵੀ ਰੀਇਨਫੋਰਸਮੈਂਟ ਦਿੰਦੇ ਹਾਂ, ਇਹਨਾਂ ਨੇ ਖੁਦ ਹੀ ਦਿੱਤਾ ਹੋਇਆ ਇਹਨਾਂ ਵਿੱਚ ਵੇਰਿੰਗ ਇੰਟਰਵਲਸ, ਤਾਂ ਵੈਰਿੰਗ ਸ਼ਬਦ ਵੈਸੇ ਵੀ ਇਹਨਾਂ ਨੇ ਵਿੱਚ ਦਿੱਤੇ ਹੀ ਹੋਇਆ ਅਤੇ ਇਹਦਾ ਆਨਸਰ ਜਿਹੜਾ ਉਹ ਵੀ ਕੀ ਹੈ ਵੇਰੀਏਬਲ ਰੀਇਨਫੋਰਸਮੈਂਟ। ਜਿਹੜੀ ਦੀ ਕੋਈ ਡੂਰੇਸ਼ਨ ਫਿਕਸ ਨਹੀਂ ਹੁੰਦੀ ਹੈ ਨਾ, ਟਾਈਮ ਫਿਕਸ ਨਹੀਂ ਹੁੰਦਾ, ਤਾਂ ਜਿਹੜੀ ਅਸੀਂ ਉਦੋਂ ਜਿਹੜੀ ਰੀਇਨਫੋਰਸਮੈਂਟ ਦਿੰਦੇ ਹਾਂ ਤਾਂ ਉਹਨੂੰ ਅਸੀਂ ਬੋਲਦੇ ਹਾਂ ਵੇਰੀਏਬਲ ਰੀਇਨਫੋਰਸਮੈਂਟ। ਅਤੇ ਇਹਦਾ ਰਾਈਟ ਆਨਸਰ ਹੈ ਜਿਹੜਾ ਉਹ ਕੀ ਆਏਗਾ ਜੀ, ਵੇਰੀਏਬਲ ਰੀਇਨਫੋਰਸਮੈਂਟ। ਅਤੇ ਜਿਹੜਾ ਕਿਤਾਬ ਹੈ ਇੱਕ ਉਹਦੇ ਵਿੱਚ ਵੀ ਦਿੱਤਾ ਹੋਇਆ ਵੇਰੀਏਬਲ ਇਨਫੋਰਸਮੈਂਟ ਸ਼ਡਿਊਲ, ਤਾਂ ਇਹਨੂੰ ਤੁਸੀਂ ਸ਼ਡਿਊਲਸ ਆਫ ਰੀਇਨਫੋਰਸਮੈਂਟ ਕਰਕੇ ਸਰਚ ਕਰ ਸਕਦੇ ਹੋ। ਤਾਂ ਉਹਦੇ ਵਿੱਚ ਮਿਲੇਗਾ ਕਿ ਵੈਨ ਰੀਇਨਫੋਰਸਮੈਂਟ ਇਜ਼ ਗਿਵਨ ਐਟ ਵੇਰਿੰਗ ਇੰਟਰਵਲਸ ਆਫ ਟਾਈਮ ਔਰ ਆਫਟਰ ਵੇਰਿੰਗ ਨੰਬਰ ਆਫ ਰਿਸਪੌਂਸਿਸ ਇਟ ਇਜ਼ ਕਾਲਡ ਵੇਰੀਏਬਲ ਰੀਇਨਫੋਰਸਮੈਂਟ ਸ਼ਡਿਊਲ। ਤਾਂ ਇਹ ਹੈਗਾ ਜੀ ਕੁਐਸਚਨ ਸਾਡਾ। ਇਹਦਾ ਰਾਈਟ ਆਨਸਰ ਜਿਹੜਾ ਡਿਪਾਰਟਮੈਂਟ ਨੇ ਦਿੱਤਾ ਮੇਰਾ ਖਿਆਲ ਹੈ ਉਹ ਕੰਟੀਨਿਊਸ ਦਿੱਤਾ ਹੋਇਆ, ਅਤੇ ਇਹਦਾ ਰਾਈਟ ਆਨਸਰ ਜਿਹੜਾ ਬਣਦਾ ਹੈ ਉਹ ਬਣਦਾ ਹੈ ਜੀ ਵੇਰੀਏਬਲ ਰੀਇਨਫੋਰਸਮੈਂਟ। ਕਈ ਵਾਰ ਹੋ ਸਕਦਾ ਕਿਸੇ ਸੈੱਟ ਦੇ ਵਿੱਚ ਇਹਦਾ ਕੁਐਸਚਨ ਆ ਜਿਹੜਾ ਆਨਸਰ ਇਹਦਾ ਕੁਐਸਚਨ ਦਾ ਹੋਰ ਵੀ ਕੋਈ ਦਿੱਤਾ ਹੋਵੇ, ਤਾਂ ਰਾਈਟ ਆਨਸਰ ਆਏਗਾ ਜੀ ਵੇਰੀਏਬਲ ਰੀਇਨਫੋਰਸਮੈਂਟ। ਅਗਲਾ ਕੁਐਸਚਨ ਦੇਖ ਲਈਏ ਜੀ, ਵਿਚ ਟਾਈਪ ਆਫ ਰੀਡਿੰਗ ਸ਼ੁੱਡ ਬੀ ਇਨਕਰੇਜਡ ਫॉर ਇਸਟੈਬਲਿਸ਼ਿੰਗ ਕਲਚਰਲ ਕੰਟੈਕਟ ਵਿਦ ਗ੍ਰੇਟ ਮਾਈਂਡ ਐਂਡ ਟੂ ਐਨਲਾਰਜ ਪੀਪਲਸ ਸਪੀਅਰ ਆਫ ਨੌਲੇਜ। ਅਤੇ ਕਿਸ ਤਰ੍ਹਾਂ ਦੀ ਰੀਡਿੰਗ ਹੈ ਜਿਹੜੀ ਇਨਕਰੇਜ ਕੀਤੀ ਜਾਣੀ ਚਾਹੀਦੀ ਹੈ ਬੱਚਿਆਂ ਦੇ, ਹੈ ਨਾ, ਜਿਹੜੇ ਗ੍ਰੇਟ ਮਾਈਂਡਸ ਨੇ ਉਹਨਾਂ ਦੇ ਲਈ, ਤਾਂ ਕਿ ਉਹ ਆਪਣਾ ਨੌਲੇਜ ਦਾ ਜਿਹੜਾ ਖੇਤਰ ਹੈ ਉਹਨੂੰ ਵਧਾ ਸਕਣ ਅਤੇ ਕਲਚਰਲ ਕੰਟੈਕਟਸ ਨੇ ਜਿਹੜੇ ਉਹ ਇਸਟੈਬਲਿਸ਼ ਕਰ ਸਕਣ। ਇੰਟੈਂਸਿਵ ਰੀਡਿੰਗ, ਐਕਸਟੈਂਸਿਵ ਰੀਡਿੰਗ, ਗਰੁੱਪ ਰੀਡਿੰਗ ਅਤੇ ਜਾਂ ਫਿਰ ਅਲਾਊਡ ਰੀਡਿੰਗ। ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਐਕਸਟੈਂਸਿਵ ਰੀਡਿੰਗ। ਤਾਂ ਕੁਛ ਸੈਟਸ ਦੇ ਵਿੱਚ ਇਹਦਾ ਆਨਸਰ ਜਿਹੜਾ ਉਹ ਦਿੱਤਾ ਹੋਇਆ ਹੈ ਇੰਟੈਂਸਿਵ ਰੀਡਿੰਗ। ਤਾਂ ਜਿਹੜਾ ਕਲਚਰ ਕੰਟੈਕਟ ਹੈ ਉਹਨਾਂ ਦੀ ਨੌਲੇਜ ਨੂੰ ਵਧਾਉਣ ਦੇ ਲਈ ਅਤੇ ਕਲਚਰਲ ਕੰਟੈਕਟ ਨੂੰ ਆਪਣੇ ਨੂੰ ਇਸਟੈਬਲਿਸ਼ ਕਰਨ ਦੇ ਲਈ ਜਿਹੜੀ ਸਾਨੂੰ ਰੀਡਿੰਗ ਲੈਣੀ ਪੈਂਦੀ ਉਹ ਹੈਗੀ ਐਕਸਟੈਂਸਿਵ ਰੀਡਿੰਗ। ਅਤੇ ਇਹਦੇ ਵਿੱਚ ਮੇਨਲੀ ਕੀ ਹੈ ਕਿ ਐਕਸਟੈਂਸਿਵ ਰੀਡਿੰਗ ਦੇ ਵਿੱਚ ਰੀਡਿੰਗ ਅ ਲਾਰਜ ਕੁਆਂਟਿਟੀ ਆਫ ਮਟੀਰੀਅਲਸ, ਤਾਂ ਇਹਦੇ ਵਿੱਚ ਤੁਹਾਨੂੰ ਬਹੁਤ ਲਾਰਜ ਕੁਆਂਟਿਟੀ ਦੇ ਵਿੱਚ ਮਟੀਰੀਅਲ ਹੈ ਜਿਹੜਾ ਉਹਨੂੰ ਪੜ੍ਹਨਾ ਪੈਂਦਾ ਹੈ। ਤਾਂ ਉਹਦਾ ਏਮ ਕੀ ਹੁੰਦਾ, ਇੰਪਰੂਵਿੰਗ ਜਨਰਲ ਲੈਂਗੁਏਜ ਸਕਿੱਲਸ ਔਰ ਗੇਨਿੰਗ ਬਰੋਡ ਅੰਡਰਸਟੈਂਡਿੰਗ ਆਫ ਅ ਪਰਟੀਕੂਲਰ ਸਬਜੈਕਟ ਔਰ ਟੋਪਿਕ। ਦਿਸ ਟਾਈਪ ਆਫ ਰੀਡਿੰਗ ਐਕਸਪੋਜ਼ਿਸ ਲਰਨਰ ਟੂ a wide range of topics, ideas and perspectives which can help them to develop a deeper understanding of the world around them। ਤਾਂ ਇਹ ਕੁਐਸਚਨ ਆਇਆ ਸੀਗਾ ਜੀ ਜਿਹਦਾ ਆਨਸਰ ਉਹਨਾਂ ਨੇ ਇੰਟੈਂਸਿਵ ਰੀਡਿੰਗ ਦਿੱਤਾ ਹੈ। ਤਾਂ ਜੇਕਰ ਤੁਸੀਂ ਕਿਸੇ ਬੱਚੇ ਦੀ ਜਿਹੜੀ ਖੇਤਰ ਹੈ ਉਹਦੇ ਗਿਆਨ ਦਾ, ਉਹਨੂੰ ਦਾਇਰਾ ਜਿਹੜਾ ਉਹਦਾ ਵਧਾਉਣਾ ਹੈ, ਤਾਂ ਤੁਸੀਂ ਉਹਨੂੰ ਐਕਸਟੈਂਸਿਵ ਰੀਡਿੰਗ ਕਰਨ ਲਈ ਦੇਵੋਗੇ। ਅਗਲਾ ਕੁਐਸਚਨ ਆਇਆ ਸੀਗਾ ਜੀ, ਅਕੋਰਡਿੰਗ ਟੂ ਪਿਆਜੇਸ ਡਿਵੈਲਪਮੈਂਟ ਥਿਊਰੀ ਐਟ ਵਿਚ ਸਟੇਜ ਦਾ ਚਾਈਲਡ ਲਰਨਸ ਟੂ ਡੀਲ ਵਿਦ ਕੌਨਸੈਪਟ ਐਂਡ ਆਈਡੀਆਸ ਦੈਟ ਐਗਜ਼ਿਸਟ ਓਨਲੀ ਇਨ ਮੈਂਟਲ ਟਰਮਸ। ਤਾਂ ਥੋੜ੍ਹਾ ਇਹ ਵੀ ਕਨਫਿਊਜ਼ਨ ਦੇ ਵਿੱਚ ਆ ਦੋਸਤੋ। ਕਈ ਜਿਹੜੇ ਹੈਗੇ ਨੇ ਬੁੱਕਸ ਨੇ ਉਹਨਾਂ ਦੇ ਵਿੱਚ ਇਹਦਾ ਆਨਸਰ ਹੈ ਜਿਹੜਾ ਉਹ ਕੰਕਰੀਟ ਆਪਰੇਸ਼ਨਲ ਸਟੇਜ ਦਿੱਤਾ ਹੋਇਆ, ਅਤੇ ਕਈ ਦੇ ਵਿੱਚ ਇਹਦਾ ਜਿਹੜਾ ਆਨਸਰ ਹੈਗਾ ਉਹ ਫਾਰਮਲ ਆਪਰੇਸ਼ਨ ਸਟੇਜ ਦਿੱਤਾ ਹੋਇਆ। ਜੇਕਰ ਤੁਸੀਂ ਥਿਊਰੀ ਹੈ ਜਿਹੜੀ ਪਿਆਜੇ ਦੀ ਉਹਨੂੰ ਚੰਗੀ ਤਰੀਕੇ ਨਾਲ ਪੜ੍ਹਿਆ ਹੋਵੇਗਾ ਤਾਂ ਉਹਦੇ 'ਚ ਤੁਸੀਂ ਇੱਕ ਚੀਜ਼ ਦੇਖੋਗੇ ਕਿ ਜਿਹੜੇ ਐਬਸਟਰੈਕਟ ਆਈਡੀਆਸ ਨੇ, ਹੈ ਨਾ, ਤਾਂ ਐਬਸਟਰੈਕਟ ਜਿਹੜੀ ਹਾਈਪੋਥੈਟੀਕਲ ਟਰਮਸ ਨੇ ਉਹ ਬੱਚਾ ਜਾ ਕੇ ਲਾਸਟ ਸਟੇਜ ਦੇ ਵਿੱਚ ਸਿੱਖਦਾ ਜਦੋਂ ਬੱਚਾ 11 ਸਾਲ ਤੋਂ ਉੱਪਰ ਹੋ ਜਾਂਦਾ, ਯਾਨੀ ਕਿ 11 ਸਾਲ ਤੋਂ ਉੱਪਰ ਐਡੋਲਸੈਂਸ ਸਟੇਜ ਦੇ ਵਿੱਚ ਚਲਿਆ ਜਾਂਦਾ। ਤਾਂ ਪਿਆਜੇ ਦਾ ਕਹਿਣਾ ਸੀਗਾ ਕਿ ਐਬਸਟਰੈਕਟ ਆਈਡੀਆਸ, ਤਾਂ ਇਹਦੇ ਵਿੱਚ ਵੀ ਕਾਹਦੀ ਗੱਲ ਕੀਤੀ ਗਈ, ਐਬਸਟਰੈਕਟ ਆਈਡੀਆਸ ਦੀ ਗੱਲ ਕੀਤੀ ਗਈ ਹੈ ਕਿ ਕੌਨਸੈਪਟ ਦੀ ਗੱਲ ਹੈ, ਆਈਡੀਆਜ਼ ਦੀ ਗੱਲ ਹੈ, ਜਿਹੜੇ ਸਿਰਫ ਮਾਈਂਡ ਦੇ ਵਿੱਚ ਨੇ ਸਾਡੇ, ਹੈ ਨਾ, ਮੈਂਟਲ ਟਰਮਸ ਦੇ ਵਿੱਚ ਨੇ ਜਿਹੜੇ ਸਾਡੇ, ਤਾਂ ਉਹ ਬੱਚਾ ਫਾਰਮਲ ਆਪਰੇਸ਼ਨ ਸਟੇਜ ਦੇ ਵਿੱਚ ਸਿੱਖੇਗਾ। ਪਰ ਕਈ ਸਾਰੀਆਂ ਕਿਤਾਬਾਂ ਦੇ ਵਿੱਚ ਇਹਦਾ ਆਨਸਰ ਹੈ ਜਿਹੜਾ ਕੰਕਰੀਟ ਆਪਰੇਸ਼ਨਲ ਸਟੇਜ ਵੀ ਦਿੱਤਾ ਹੋਇਆ। ਤਾਂ ਇਹ ਕੁਐਸਚਨ ਦਾ ਆਨਸਰ ਹੁਣ ਡਿਪਾਰਟਮੈਂਟ ਦੇਖੋ ਜੀ ਕੀ ਦਿੰਦਾ। ਤਾਂ ਇਹਦਾ ਰਾਈਟ ਆਨਸਰ ਹੈ ਜਿਹੜਾ ਹੁਣ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਕੰਕਰੀਟ ਆਪਰੇਸ਼ਨਲ ਵੀ ਦਿੱਤਾ ਹੋਇਆ ਅਤੇ ਫਾਰਮਲ ਆਪਰੇਸ਼ਨਲ ਵੀ ਦਿੱਤਾ ਹੋਇਆ। ਪਰ ਜੇਕਰ ਅਸੀਂ ਬੇਸਿਕਲੀ ਥਿਊਰੀ ਦੀ ਗੱਲ ਕਰਦੇ ਹਾਂ ਤਾਂ ਥਿਊਰੀ ਦੇ ਅਕੋਰਡਿੰਗ ਹੈ ਜਿਹੜਾ ਐਬਸਟਰੈਕਟ ਆਈਡੀਆਸ ਨੇ ਉਹ
ਫਾਰਮਲ ਆਪਰੇਸ਼ਨ ਦੇ ਵਿੱਚ ਆਉਂਦੇ ਨੇ, ਕਿਉਂਕਿ ਕੰਕਰੀਟ ਆਪਰੇਸ਼ਨਲ ਦੇ ਵਿੱਚ ਬੱਚਾ ਜਿਹੜਾ ਲੌਜੀਕਲੀ ਸਮਝਿਆ ਉਹ ਡਿਵੈਲਪ ਕਰ ਲੈਂਦਾ, ਰਿਲੇਸ਼ਨਸ਼ਿਪ ਸਿੱਖ ਲੈਂਦਾ, ਉਸ ਤੋਂ ਬਾਅਦ ਕੰਜ਼ਰਵੇਸ਼ਨ ਕਿਵੇਂ ਕਰਨੀ ਹੈ ਉਹ ਸਿੱਖ ਲੈਂਦਾ ਹੈ ਨਾ ਬੱਚਾ, ਐਡ ਕਰਨਾ, ਸਬਟਰੈਕਟ ਕਰਨਾ, ਲੌਜੀਕਲ ਬੇਸਿਕਲੀ ਸਿੱਖਦਾ ਕੰਕਰੀਟ ਦੇ ਵਿੱਚ। ਬਟ ਹਾਈਪੋਥੈਟੀਕਲ ਕਨਸੈਪਟ ਨੇ ਜਿਹੜੇ ਉਹ ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਸਿੱਖਦਾ ਬੱਚਾ। ਤਾਂ ਇੱਕ ਕੁਐਸਚਨ ਸੀਗਾ ਜੀ ਸਾਡਾ ਕਿ ਜਿਹੜੀ ਸਾਨੂੰ ਆਇਆ ਹੋਇਆ ਸੀਗਾ ਕਿ ਜਿਹੜੀ ਆਮ ਹੈ ਸਾਡੀ ਉਹਨੂੰ ਫਰੰਟ ਦੇ ਉੱਪਰੋਂ ਜਦੋਂ ਅਸੀਂ ਪੁੱਲ ਕਰਦੇ ਹਾਂ ਹੈ ਨਾ, ਤਾਂ ਉਹਦੇ ਵਿੱਚ ਕਿਹੜਾ ਮਸਲਾ ਜਿਹੜਾ ਯੂਜ਼ ਹੁੰਦਾ ਜੀ। ਤਾਂ ਪਹਿਲਾਂ ਇਹਦਾ ਕੰਟਰੋਵਰਸ਼ੀਅਲ ਸੀਗਾ ਕਿ ਅਸੀਂ ਬਾਈਸੈਪ ਜਾਂ ਡੈਲਟੋਇਡ ਕਹਿ ਰਹੇ ਸੀ, ਬਟ ਜੋ ਬੁੱਕਸ ਦੇ ਵਿੱਚੋਂ ਇਹਦਾ ਆਨਸਰ ਮਿਲਿਆ ਜੀ, ਬੁੱਕਸ ਦੇ ਵਿੱਚ ਉਹਨਾਂ ਨੇ ਪੈਕਟੋਰੀਅਸ ਮੇਜਰ ਦਿੱਤਾ, ਡਿਪਾਰਟਮੈਂਟ ਨੇ ਵੀ ਇਹੀ ਆਨਸਰ ਦਿੱਤਾ ਹੈ। ਤਾਂ ਉਹਨਾਂ ਨੇ ਦਿੱਤਾ ਕਿ ਇਹ ਲਾਰਜ ਮਸਲਾ ਜਿਹੜਾ ਕੀ ਕਰਦਾ, ਚੈਸਟ ਨੂੰ ਪੁੱਲ ਕਰਦਾ, ਪੁਲਸ ਦਾ ਆਰਮ ਨੂੰ ਪੁੱਲ ਕਰਦਾ ਅਕਰੋਸ ਦਾ ਚੈਸਟ ਦੇ ਅਕਰੋਸ ਹੈ ਨਾ। ਤਾਂ ਇਹਦਾ ਪੈਕਟੋਰੀਅਸ ਮੇਜਰ ਇੱਕ ਨਹੀਂ, ਅਸੀਂ ਦੂਸਰਾ ਵੀ ਕ੍ਰੋਸ ਚੈੱਕ ਵੀ ਕੀਤਾ, ਤਾਂ ਕ੍ਰੋਸ ਚੈੱਕ ਦੇ ਵਿੱਚ ਵੀ ਸਾਨੂੰ ਪੈਕਟੋਰੀਅਸ ਮੇਜਰ ਹੀ ਮਿਲਿਆ ਜਿਹੜਾ ਆਰਮਸ ਨੂੰ ਪੁੱਲ ਕਰਨ ਦਾ ਕੰਮ ਕਰਦਾ ਟੂਵਰਡਸ ਦਾ ਬੋਡੀ ਹੈ ਨਾ। ਤਾਂ ਇਹਦਾ ਆਨਸਰ ਹੈ ਜਿਹੜਾ ਪੈਕਟੋਰੀਅਸ ਮੇਜਰ ਹੀ ਆਏਗਾ ਜੀ। ਤਾਂ ਦੋਸਤੋ ਇਹ ਕੁਛ ਕੁਐਸਚਨ ਸੀਗੇ, 2 ਕੁਐਸਚਨ ਆਪਾਂ ਪਹਿਲਾਂ ਫਿਜ਼ੀਕਲ ਐਜੂਕੇਸ਼ਨ ਦੇ ਡਿਸਕਸ ਕਰ ਚੁੱਕੇ ਹਾਂ, ਇੱਕ ਸੀ ਸਪਰੇਨ ਵਾਲਾ, ਇੱਕ ਵਿਟਾਮਿਨ ਏ ਵਾਲਾ। ਤਾਂ ਉਹ ਸਾਰੇ ਤੁਸੀਂ ਜਿਹੜੇ ਹੈਗੇ ਨੇ ਆਪਣੀ ਆਈਡੀ ਦੇ ਵਿੱਚ ਜਾ ਕੇ ਤਾਂ ਇਹਨਾਂ ਦੇ ਰੈਫਰੈਂਸਿਸ ਪਾ ਸਕਦੇ ਹੋ, ਓਬਜੈਕਸ਼ਨ ਕਲੇਮ ਕਰ ਸਕਦੇ ਹੋ, ਤਾਂ ਕਿ ਸਾਰੇ ਸਾਥੀਆਂ ਦੇ ਜਿਨ੍ਹਾਂ ਦੇ 1-1 2-2 ਨੰਬਰ ਘੱਟਦੇ ਨੇ ਉਹਨਾਂ ਦੇ ਨੰਬਰ ਨੇ ਜਿਹੜੇ ਪੂਰੇ ਹੋ ਜਾਣ। ਧੰਨਵਾਦ।